कि कल नूं गैंगस्टर ने गैंगस्टरां दा पुलिस दे मुकाबला होऊगा, वो महाराज दे अगे स्वरूप रख दूगा। अज 5 तख्तां दे जथेदार ये भार अपने सिर ते लैन तो झिझक रहे ने, डर रहे ने। पता नहीं कि अमृतपाल सिंह साडे दिवाले ना हो जाए, जिहड़ा अमृतपाल सिंह थाणा घेर सकदा। कल नूं 1000 मुंडा जिन्हां दे हत्थां 'च हथियार ते किरपानां ते गंडासे होण, किते अकाल तख्त साहब दे जथेदार दे आके सामने ना खलो जाण। ਜਿਹੜਾ ਅਜਨਾਲਾ ਕਾਂਡ ਵਾਪਰਿਆ ਉਸ ਤੋਂ ਬਾਅਦ ਜਿਹੜੀਆਂ ਪੜਚੋਲ ਹੋ ਰਹੀਆਂ ਨੇ ਮਸਲਿਆਂ ਦੀਆਂ, ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਕਿੱਥੇ ਲੈ ਕੇ ਜਾਇਆ ਜਾ ਸਕਦਾ, ਕਿੱਥੇ ਨਹੀਂ। ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣੀ ਡਰ ਕੇ ਉਹਨਾਂ ਨੇ ਸਟੇਟਮੈਂਟ ਦਿੱਤੀ ਹੈਗੇ। ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਉਣ ਦਾ ਇਹਦੇ ਵਿੱਚ ਕੀ ਤੁੱਕ ਹੈਗੀ, ਸਭ ਤੋਂ ਵੱਡਾ ਸਵਾਲ ਆ। ਹੁਣ ਇਵੇਂ ਲੱਗਦਾ ਹੈਗਾ ਕਿ ਜਿਵੇਂ ਇਹ ਜਿਹੜਾ ਕਮੇਟੀ ਬਣਾਈ ਆ ਸੰਪਰਦਾਵਾਂ ਨੂੰ ਖੁਸ਼ ਕਰਨ ਵਾਸਤੇ, ਅਕਾਲੀ ਦਲ ਨੂੰ ਖੁਸ਼ ਕਰਨ ਵਾਸਤੇ। ਅਮਰਤਪਾਲ ਸਿੰਘ ਜਿਹੜੇ ਵਾਰਸ ਪੰਜਾਬ ਦੇ ਮੁਖੀ ਆ, ਜਿਹੜਾ ਉਹਨਾਂ ਨੇ ਅਜਨਾਲਾ ਕੀਤਾ ਗੁਰੂ ਸਾਹਿਬ ਦੀ ਢਾਲ ਲੈ ਕੇ, ਅਕਾਲ ਤਖਤ ਸਾਹਿਬ ਦੇ ਜਥੇਦਾਰ ਜੇ ਕਲੀਅਰ ਸਟੈਂਡ ਨਹੀਂ ਕਰਦੇ ਹੈਗੇ ਤੇ ਫਿਰ ਪੰਥ ਕੀ ਕਰੂਗਾ। ਕਰਨੈਲ ਸਿੰਘ ਪੀਰ ਮੁਹੰਮਦ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਨੇ, ਰਜਿੰਦਰ ਸਿੰਘ ਮਹਿਤਾ ਨੇ, ਤੇ ਸਵਾਲ ਹੁੰਦਾ ਕਿ ਕਮੇਟੀ ਕਿਹਨੇ ਡਿਸਾਈਡ ਕੀਤੀ ਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਡਿਸਾਈਡ ਕੀਤੀ ਹੈ ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡਿਸਾਈਡ ਕੀਤੀ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਨੇ। ਕਮੇਟੀਆਂ ਦਾ ਮਤਲਬ ਹੁੰਦਾ ਮਿੱਟੀ ਪਾ ਦਿਓ। ਅਮਰਤਪਾਲ ਸਿੰਘ ਵਾਲ ਮੂੰਹ ਵੱਲ ਵੇਖ ਕੇ ਫੈਸਲੇ ਲੈਣੇ, ਫਿਰ ਕੌਮ ਨਹੀਂ ਚੱਲਦੀ ਹੈਗੀ। ਚਾਹੇ ਭੁਪਿੰਦਰ ਸਿੰਘ ਪਾਲੀ ਹੋਣਾ ਦੀ ਗੱਲ ਕੀਤੀ ਜਾਵੇ, ਚਾਹੇ ਮਾਲਵਿੰਦਰ ਸਿੰਘ ਮਾਲੀ ਹੋਣਾ ਦੀ ਗੱਲ ਕੀਤੇ, ਜਿਹੜੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਹੋਣਾ ਦੀ ਗੱਲ ਕੀਤੀ ਜਾਵੇ, ਬਹੁਤ ਸਾਰੇ ਇੱਦਾਂ ਦੇ ਲੋਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ। ਆਹ ਜਿਹੜੇ ਸੰਪਰਦਾਇ ਤੋਂ ਹੀ 15 ਪਾਏ ਹੈਗੇ ਨੇ। ਕਰਨੈਲ ਸਿੰਘ ਪੀਰ ਮੁਹੰਮਦ ਬੋਲੇ ਸਾਹਿਬ, ਰਜਿੰਦਰ ਸਿੰਘ ਮਹਿਤਾ ਕਦੀ ਬੋਲੇ ਨੇ ਇਸ ਮਸਲੇ ਤੇ। ਜਿਹੜੇ ਪਹਿਲਾਂ ਨਹੀਂ ਬੋਲੇ ਉਹ ਕੁੰਡਾ ਕੀ ਖੋਲਣਗੇ। ਸਿਆਣੇ ਕਹਿੰਦੇ ਨੇ ਜਿਹੜਾ ਪਹਿਲਾਂ ਬੋਲੂ ਕੁੰਡਾ ਖੋਲੂ। ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਭ ਦਾ ਸਵਾਗਤ। ਮੈਂ ਹਾਂ ਸੰਦੀਪ ਲਾਧੂਕਾ। ਗੱਲ ਕਰਾਂਗੇ ਸ੍ਰੀ ਅਕਾਲ ਤਖਤ ਸਾਹਿਬ ਦੀ ਬਣਾਈ ਗਈ ਕਮੇਟੀ ਬਾਰੇ। ਉਸਨੇ ਵਿਚਾਰ ਕੀ ਕਰਨਾ ਹੈ, ਕਿੰਨੇ ਮੈਂਬਰ ਨੇ, ਔਰ ਜਿਹੜਾ ਅਜਨਾਲਾ ਕਾਂਡ ਵਾਪਰਿਆ ਉਸ ਤੋਂ ਬਾਅਦ ਜਿਹੜੀਆਂ ਪੜਚੋਲ ਹੋ ਰਹੀਆਂ ਨੇ ਮਸਲਿਆਂ ਦੀਆਂ, ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਕਿੱਥੇ ਲੈ ਕੇ ਜਾਇਆ ਜਾ ਸਕਦਾ, ਕਿੱਥੇ ਨਹੀਂ, ਮਾਣ ਮਰਿਆਦਾ ਦਾ ਖਿਆਲ ਕਿਵੇਂ ਰੱਖਿਆ ਜਾਵੇ, ਇਹ ਸਾਰੇ ਤੇ ਵਿਚਾਰ ਚਰਚਾ ਹੋਣੀ ਹੈ। ਔਰ ਜਿਹੜਾ ਕੁਝ ਹਾਲਾਤ ਪੰਜਾਬ ਦੇ ਬਣੇ ਨੇ ਇਸ ਤੇ ਸਹੀ ਕੀ ਹੈ, ਗਲਤ ਕੀ ਹੈ, ਜੇਕਰ ਇਹ ਚਰਚਾ ਹੁੰਦੀ ਹੈ ਤਾਂ ਚੰਗੀ ਗੱਲ ਹੈ, ਪਰ ਇਸ ਦੇ ਪਿਛਲੀ ਸਿਆਸਤ ਕੀ ਹੈ, ਇਸ ਤੇ ਵੀ ਗੱਲ ਕਰਾਂਗੇ। ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਨੇ। ਭੁੱਲਰ ਸਾਹਿਬ, ਚਾਹੇ ਦੇਰੀ ਨਾਲ ਸਹੀ ਜਾਂ ਜਿਵੇਂ ਵੀ ਸਮਝ ਲਿਆ ਜਾਵੇ, ਸ੍ਰੀ ਅਕਾਲ ਤਖਤ ਸਾਹਿਬ ਨੇ ਜਿਹੜਾ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਔਰ ਉਸ ਦਾ ਮਕਸਦ ਉਜਾਗਰ ਕੀਤਾ, ਜਿੰਨੀ ਵੀ ਜਾਣਕਾਰੀ ਹੁਣ ਤੱਕ ਸਾਂਝੀ ਕੀਤੀ ਗਈ ਹੈ, ਇਸ ਤੋਂ ਲੱਗਦਾ ਹੈ ਕਿ ਮਸਲੇ ਜਿਹੜੇ ਉੱਠ ਖੜੇ ਹੁੰਦੇ ਆ, ਵਿਵਾਦ ਹੋ ਜਾਂਦਾ ਜਿਨ੍ਹਾਂ ਤੇ, ਉਹ ਹੱਲ ਹੋਣਗੇ ਜਾਂ ਫਿਰ ਪੇਚੀਦਾ ਬਣੇ ਰਹਿਣਗੇ, ਗੁੰਝਲਾਂ ਪਈਆਂ ਰਹਿਣਗੀਆਂ। ਬਿਲਕੁਲ ਲੱਗਦਾ ਕਿ ਹਾਲੇ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣੀ ਡਰ ਕੇ ਉਹਨਾਂ ਨੇ ਸਟੇਟਮੈਂਟ ਦਿੱਤੀ ਹੈਗੇ। ਜਿਹੜਾ ਉਹਨਾਂ ਦਾ 5 ਦਿਨ ਪਹਿਲਾਂ ਉਹਨਾਂ ਨੇ ਮੈਸੇਜ ਦਿੱਤਾ ਹੈਗਾ, ਇਵੇਂ ਲੱਗਦਾ ਕਿ ਜਿਵੇਂ ਡਰ ਰਹੇ ਨੇ। ਔਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਨੂੰ ਡਰਨ ਦੀ ਕੀ ਲੋੜ ਹੈਗੀ। ਜੋ ਗਲਤ ਆ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਹਿੰਮਤ ਹੋਣੀ ਚਾਹੀਦੀ ਹੈ ਕਿ ਸਿੱਖ ਸੰਪਰਦਾਵਾਂ ਜਾਂ ਸਿੱਖ ਸਿਧਾਂਤ ਫਲਸਫੇ ਜਾਂ ਸਾਡਾ ਜਿਹੜਾ ਪੁਰਾਤਨ ਇਤਿਹਾਸ ਆ ਉਹਦੇ ਉਲਟਾ ਜੇ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਇੰਨਾ ਵੀ ਕਹਿਣ ਦਾ ਦਮ ਨਹੀਂ ਰੱਖਦੇ ਤੇ ਅਸੀਂ ਤਾਂ ਹਮੇਸ਼ਾ ਜਿਹੜੀ ਅਕਾਲ ਤਖਤ ਸਾਹਿਬ ਵੱਲ ਦੇਖਦੇ ਕਿ ਉਹ ਕੀ ਸੇਧ ਦੇਣਗੇ। ਤੇ ਹੁਣ ਜਿਹੜਾ 3 ਦਿਨ ਬਾਅਦ ਉਹਨਾਂ ਨੇ ਸੇਧ ਕੀ ਲਈ ਹੈਗੀ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਉਹਨਾਂ ਨੇ ਜਿਹੜੀ ਬਣਾਈ ਹੈਗੀ ਆ ਕਮੇਟੀ ਬਣਾਈ ਹੈਗੀ ਆ। ਕਮੇਟੀ 'ਚ ਮੈਨੂੰ ਲੱਗਦਾ ਜਿਹੜੇ ਲੋਕ ਸ਼ਾਮਲ ਕੀਤੇ ਨੇ ਬੜੀਆਂ ਪੂਜਨੀਕ ਸ਼ਖਸੀਅਤਾਂ ਨੇ, ਪਰ ਉਹਦੇ 'ਚ ਅਗਰ ਵਿਦਵਾਨ ਤੇ ਜੇਕਰ ਸਿੱਖ ਹਿਸਟੋਰੀਅਨ ਸ਼ਾਮਲ ਕੀਤੇ ਜਾਂਦੇ ਉਹ ਵੀ ਇੱਕ ਆਪਣੇ ਆਪ 'ਚ ਇੱਕ ਚੰਗੀ ਗੱਲ ਹੋਣੀ ਸੀ। ਹੁਣ ਵਿੱਚ ਕੀ ਹੈ, ਸ਼੍ਰੋਮਣੀ ਕਮੇਟੀ ਦੇ ਮੈਂਬਰ ਅਕਾਲੀ ਦਲ ਦੇ ਮੈਂਬਰ ਪਾਏ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਉਣ ਦਾ ਇਹਦੇ ਵਿੱਚ ਕੀ ਤੁੱਕ ਹੈਗੀ, ਸਭ ਤੋਂ ਵੱਡਾ ਸਵਾਲ ਆ। ਔਰ ਜਿਹੜੀਆਂ ਸੰਪਰਦਾਵਾਂ ਦੇ ਪਾਏ ਨੇ ਠੀਕ ਆ, ਲੇਕਿਨ ਉਹਦੇ 'ਚ ਵਿਦਵਾਨ ਜਿਹੜੇ ਸਿੱਖ ਹਿਸਟੋਰੀਅਨ ਅਗਰ ਉਹ ਵੀ ਵਿੱਚ ਹੁੰਦੇ, ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਹੁੰਦੇ, ਉਹ ਇੱਕ ਤੁਹਾਡਾ ਕਲੈਕਟਿਵ ਜਿਹੜਾ ਉਹਦੇ 'ਚ ਇੱਕ ਤੁਹਾਡੀ ਸੋਚ ਬਣਨੀ ਸੀ। ਹੁਣ ਇਵੇਂ ਲੱਗਦਾ ਹੈਗਾ ਕਿ ਜਿਵੇਂ ਇਹ ਜਿਹੜਾ ਕਮੇਟੀ ਬਣਾਈ ਆ ਸੰਪਰਦਾਵਾਂ ਨੂੰ ਖੁਸ਼ ਕਰਨ ਵਾਸਤੇ, ਅਕਾਲੀ ਦਲ ਨੂੰ ਖੁਸ਼ ਕਰਨ ਵਾਸਤੇ। ਔਰ ਸਭ ਤੋਂ ਵੱਡੀ ਗੱਲ ਕਿ ਅਮਰਤਪਾਲ ਸਿੰਘ ਜਿਹੜੇ ਵਾਰਸ ਪੰਜਾਬ ਦੇ ਮੁਖੀ ਆ, ਉਹ ਜਿਹੜਾ ਉਹਨਾਂ ਨੇ ਅਜਨਾਲਾ ਕੀਤਾ ਗੁਰੂ ਸਾਹਿਬ ਦੀ ਢਾਲ ਲੈ ਕੇ ਉਹ ਗਏ ਨੇ, ਉਸ 'ਤੇ ਵੀ ਅਗਰ ਸਾਡੀਆਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਹੋ ਗਿਆ ਜਾਂ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੇ ਕਲੀਅਰ ਸਟੈਂਡ ਨਹੀਂ ਕਰਦੇ ਹੈਗੇ ਤੇ ਫਿਰ ਪੰਥ ਕੀ ਕਰੂਗਾ। ਪੰਥ ਦੀਆਂ 2 ਨੇ ਜਿਹੜੀਆਂ ਸੰਸਥਾਵਾਂ ਨੇ, ਮਾਣਮੱਤੀਆਂ ਸੰਸਥਾਵਾਂ ਨੇ। ਨੰਬਰ 1 ਤੇ ਅਕਾਲ ਤਖਤ ਸਾਹਿਬ, ਨੰਬਰ 2 ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਤੇ ਜੇ ਇਹਨਾਂ ਨੇ ਸੇਧ ਲੋਕਾਂ ਕੋਲ ਲੈਣੀ ਹੈਗੀ ਆ
ਫਿਰ ਤੇ ਸਭ ਤੋਂ ਵੱਡੀ ਗੱਲ ਹੈ ਕਿ ਫਿਰ ਤੇ ਇੱਕ ਬੜਾ ਵੱਡਾ ਵਿਵਾਦ ਖੜਾ ਹੋਊਗਾ, ਇੱਕ ਭੰਬਲ ਭੂਸਾ ਕ੍ਰੀਏਟ ਕਰਨ ਦੀ ਕੋਸ਼ਿਸ਼ ਹੋਊਗੀ। 2 ਸ਼ਬਦ ਬੋਲਣ ਦੀ ਲੋੜ ਸੀ ਕਿ ਅੱਜ ਤੋਂ ਬਾਅਦ ਗੁਰੂ ਸਾਹਿਬ ਤੇ ਹਮੇਸ਼ਾ ਤੁਸੀਂ ਸੇਧ ਲੈ ਕੇ ਚੱਲਦੇ, ਅਰਦਾਸ ਕਰਕੇ ਚੱਲਿਆ ਕਰਦੇ ਹੈਗੇ ਨੇ। ਹੁਣ ਇਹ ਲੋਕੀ ਕੀ ਕਹਿ ਰਹੇ ਹੈਗੇ ਨੇ ਜੀ, ਜਦੋਂ ਅੰਗਰੇਜ਼ਾਂ ਖਿਲਾਫ ਲੜਾਈ ਜਾਂ ਮੁਗਲਾਂ ਖਿਲਾਫ ਲੜਾਈ, ਉਦੋਂ ਵੀ ਲੈ ਕੇ ਜਾਂਦੇ ਸੀ, ਗੁਰੂ ਸਾਹਿਬ ਲੈ ਕੇ ਜਾਂਦੇ ਸੀ, ਲੇਕਿਨ ਉਹਨਾਂ ਨੂੰ ਸੁਸ਼ੋਭਿਤ ਕੀਤਾ ਜਾਂਦਾ ਸੀ। ਇਹ ਨਹੀਂ ਢਾਲ ਬਣਾਈ ਜਾਂਦੀ ਸੀ, ਓਟ ਲਈ ਜਾਂਦੀ ਸੀ, ਆਸਰਾ ਲਿਆ ਜਾਂਦਾ ਸੀ। ਹੁਣ ਤਾਂ ਢਾਲ ਬਣਾਉਣ ਦਾ ਮਸਲਾ ਆ ਗਿਆ। ਤੇ ਇਸ ਕਰਕੇ ਜਿਹੜੀ ਹੁਣ ਕਮੇਟੀ ਆ, ਦੇਖਦੇ 15 ਦਿਨਾਂ ਦੇ ਵਿੱਚ ਉਹਨਾਂ ਨੇ ਰਿਪੋਰਟ ਕੀ, ਉਹਨਾਂ ਨੇ ਕੀ ਲਿਖਿਆ ਹੈਗਾ ਕਿ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਦੇਸ਼ ਅਨੁਸਾਰ ਰੋਸ ਮੁਜ਼ਾਹਰਿਆਂ, ਧਰਨਿਆਂ ਅਤੇ ਕਬਜ਼ੇ ਵਾਲੇ ਸਥਾਨਾਂ 'ਤੇ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਨਾਲ ਗੁਰੂ ਸਾਹਿਬ ਜੀ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਣ ਦਾ ਖਦਸ਼ਾ ਹੋਵੇ, ਉਹਨਾਂ ਅਸਥਾਨਾਂ 'ਤੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸ਼ੁਭਾਏ ਅਮਾਨ ਕਰਨ ਸੰਬੰਧੀ ਵਿਚਾਰ ਕਰਨ ਲਈ ਹੇਠ ਲਿਖੇ ਅਨੁਸਾਰ ਸਿੱਖ ਸੰਪਰਦਾਵਾਂ ਦੇ ਮੁਖੀ ਸਭਾਨ, ਸਿੱਖ ਜਥੇਬੰਦੀਆਂ ਤੇ ਸਿੱਖ ਵਿਦਵਾਨਾਂ ਦੇ ਆਧਾਰਿਤ ਸਬ ਕਮੇਟੀ ਗਠਿਤ ਕੀਤੀ ਗਈ ਹੈ। ਆਪ ਜੀ ਨੇ ਇਸ ਵਿਸ਼ੇ ਸੰਬੰਧੀ ਵਿਚਾਰ ਕਰਕੇ ਆਪਣੇ ਸੁਝਾਅ 15 ਦਿਨ ਦੇ ਅੰਦਰ ਅੰਦਰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ ਦੀ ਖੇਚਲ ਕਰਨੀ, ਤਾਂ ਜੋ ਆਪ ਜੀ ਦੇ ਵਿਚਾਰਾਂ ਦੀ ਰੋਸ਼ਨੀ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਯੋਗ ਫੈਸਲਾ ਕੀਤਾ ਜਾਵੇ। ਹੁਣ ਇਹਦੇ 'ਚ ਕੌਣ ਨੇ? ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਧਾਨ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਧਾਨ ਨੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ, ਜਥੇਦਾਰ ਬਾਬਾ ਨਿਹਾਲ ਸਿੰਘ ਜੀ ਮੁਖੀ ਤਰਨਾ ਦਲ ਹਰੀਆਂ ਵੇਲਾਂ ਵਾਲੇ, ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਗੁਰਦੁਆਰਾ ਮਹਿਤਾ ਚੌਂਕ, ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਜਥੇਦਾਰ ਬਾਬਾ ਅਵਤਾਰ ਸਿੰਘ ਜੀ ਪੰਥ ਅਕਾਲੀ ਦਲ ਤਰਨਾ, ਬਾਬਾ ਬਿਧੀ ਚੰਦ ਸੁਰ ਸਿੰਘ ਵਾਲੇ, ਜਥੇਦਾਰ ਬਾਬਾ ਗੱਜਨ ਸਿੰਘ ਜੀ ਮੁਖੀ ਪੰਥ ਅਕਾਲੀ ਦਲ ਤਰਨਾ ਦਲ ਬਾਬਾ ਬਕਾਲਾ ਸਾਹਿਬ, ਜਥੇਦਾਰ ਬਾਬਾ ਮੇਜਰ ਸਿੰਘ ਮੁਖੀ ਦਸ਼ਮੇਸ਼ ਤਰਨਾ ਦਲ, ਚੇਅਰਮੈਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ, ਪ੍ਰਿੰਸੀਪਲ ਸਿੱਖ ਮਿਸ਼ਨਰੀ ਕਾਲਜ ਚੌਂਤਾ ਕਲਾ ਰੋਪੜ, ਰਜਿੰਦਰ ਸਿੰਘ ਮਹਿਤਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਹ ਅਕਾਲੀ ਦਲ ਦੇ ਨੇ ਜੀ, ਠੀਕ ਆ, ਆਪਾਂ ਮੰਨ ਕੇ ਚੱਲਦੇ ਜੀ ਸ਼੍ਰੋਮਣੀ ਕਮੇਟੀ, ਪਰ ਅਕਾਲੀ ਦਲ ਵਾਲਿਆਂ ਨੂੰ ਇਹਦੇ 'ਚੋਂ ਬਾਹਰ ਰੱਖਿਆ ਜਾਂਦਾ ਤੇ ਚੰਗੀ ਗੱਲ ਸੀ। ਪਰਮਵੀਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਇੰਦਰਜੀਤ ਸਿੰਘ ਗੋਗਿਆਣੀ ਪ੍ਰਿੰਸੀਪਲ ਖਾਲਸਾ ਕਾਲਜੀਏਟ ਸਕੂਲ ਸ਼੍ਰੀ ਅੰਮ੍ਰਿਤਸਰ। ਹੁਣ ਇੱਕ ਖਾਲਸਾ ਕਾਲਜ ਸਕੂਲ ਦੇ ਲਾਈਨ ਨੇ, ਤੁਸੀਂ ਯੂਨੀਵਰਸਿਟੀਆਂ ਸਾਡੇ ਕੋਲ ਐਡੀਆਂ, ਸਾਡੇ ਕੋਲ ਵਿਦਵਾਨ ਉਹ ਵੀ ਚਾਹੀਦੇ ਵਿੱਚ। ਡਾਕਟਰ ਅਮਰਜੀਤ ਸਿੰਘ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ, ਤਲਵਿੰਦਰ ਸਿੰਘ ਬੁੱਟਰ ਪੱਤਰਕਾਰ ਸ਼੍ਰੀ ਅਨੰਦਪੁਰ ਸਾਹਿਬ, ਤੇ ਕਰਨੈਲ ਸਿੰਘ ਪੀਰ ਮੰਦਰ ਸਬ ਕਮੇਟੀ ਦੇ। ਹੁਣ ਕਰਨੈਲ ਸਿੰਘ ਪੀਰ ਮੁਹੰਮਦ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਨੇ, ਰਜਿੰਦਰ ਸਿੰਘ ਮਹਿਤਾ ਨੇ। ਤੇ ਸਵਾਲ ਹੁੰਦਾ ਕਿ ਕਮੇਟੀ ਕਿਹਨੇ ਡਿਸਾਈਡ ਕੀਤੀ ਆ? ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਡਿਸਾਈਡ ਕੀਤੀ ਹੈ, ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡਿਸਾਈਡ ਕੀਤੀ, ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਨੇ? ਮੈਨੂੰ ਲੱਗਦਾ ਜਿੱਥੇ ਪ੍ਰਿੰਸੀਪਲ ਲੈਵਲ ਦੇ ਪਾਏ, ਉੱਥੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਸਾਡੇ ਕੋਲ ਬਹੁਤ ਵੱਡੇ ਵੱਡੇ ਵਿਦਵਾਨ ਹੈ, ਤੁਸੀਂ ਉਹਨਾਂ ਨੂੰ ਪਾਉਂਦੇ, ਠੀਕ ਹੈ। ਔਰ ਜਿਹੜੇ ਸਿੱਖ ਵਿਦਵਾਨ ਹੈ, ਸਿੱਖ ਹਿਸਟੋਰੀਅਨ, ਉਹਨਾਂ ਦੇ ਨਾਲ ਇਹ ਤਾਂ ਸੰਪਰਦਾਵਾਂ ਦੇ ਮੁਖੀ ਆ, ਔਰ ਸੰਪਰਦਾਵਾਂ ਦੇ ਮੁਖੀ ਬਹੁਤ ਜਿਹੜੇ ਡੇਰੇ ਦੇ ਨਾਲ ਸੰਬੰਧ ਰੱਖਦੇ, ਡੇਰੇ ਨੇ ਉਹਨਾਂ ਦੇ ਆਪਣੇ। ਤੇ ਅਜਿਹੇ ਹਾਲਾਤਾਂ 'ਚ ਮੈਨੂੰ ਲੱਗਦਾ ਕਿ ਸਿੱਖ ਕੌਮ 'ਚ ਉਮੀਦ ਕੀਤੀ ਜਾਣੀ ਚਾਹੀਦੀ ਹੈ, ਕਿਤੇ ਇਹ ਨਾ ਕਿ ਹੋਰ ਵਿਵਾਦ ਖੜੇ ਹੋਣ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਕਈ ਸਾਲਾਂ ਤੋਂ ਪਿੱਛੇ ਝਾਤ ਮਾਰੀਏ ਤੇ ਕਦੇ ਵੀ ਅਜਿਹੇ ਮਾਮਲੇ ਵੀ ਸਾਹਮਣੇ ਨਹੀਂ ਆਏ। ਜੇ ਆਇਆ ਤੇ ਉਸ ਦੇ ਵਿੱਚੋਂ ਕਮੇਟੀ ਬਣੀ ਹੈ, ਇਸ ਦਾ ਮਤਲਬ ਤਾਂ ਇਹ ਹੈ ਕਿ ਕਿਤੇ ਨਾ ਕਿਤੇ ਕੁਝ ਗਲਤ ਹੋਇਆ, ਤਾਂ ਹੀ ਕਮੇਟੀ ਬਣਾਉਣ ਦੀ ਲੋੜ ਪਈ ਹੈ। ਮੈਂ ਸੰਦੀਪ ਉਹੀ ਤਾਂ ਕਹਿ ਰਹੇ ਕਿ ਤੁਸੀਂ ਕਮੇਟੀ ਬਣਾਉਣ ਦਾ ਕੀ ਹੈ? ਸਾਡੇ ਕੋਲ ਪਹਿਲਾਂ ਹੀ ਪਿਆ ਸਿੱਖ ਸਿਧਾਂਤ ਫਲਸਫਾ ਰਹਿਤ ਮਰਿਆਦਾ ਪਹਿਲਾਂ ਹੀ ਪਈ ਹੈਗੀ ਆ। ਤੁਸੀਂ ਉਹ ਕਰ ਲਓ। ਤੁਸੀਂ ਤਾਂ ਜਦੋਂ ਕਮੇਟੀਆਂ ਬਣਦੀਆਂ ਨਾ ਜੀ, ਕਮੇਟੀਆਂ ਦਾ ਮਤਲਬ ਹੁੰਦਾ ਮਿੱਟੀ ਪਾ ਦਿਓ, ਉਹ ਹੁੰਦਾ ਕਮੇਟੀਆਂ। ਚਾਹੇ ਸਰਕਾਰੀ ਹੋਣ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਜ਼ਾਰਾਂ ਕਮੇਟੀਆਂ ਬਣਾਈਆਂ ਨੇ, ਜਿੰਨੇ ਵੀ ਪੰਥ ਦੇ ਵਿੱਚ ਰੌਲੇ ਪਏ ਨੇ, ਵਿਵਾਦ ਪਏ ਨੇ, ਕਦੀ ਉਸ ਕਮੇਟੀ ਨੇ ਰਿਪੋਰਟ ਦਿੱਤੀ। ਰਜਿੰਦਰ ਸਿੰਘ ਮਹਿਤਾ ਕਈ ਕਮੇਟੀਆਂ 'ਚ ਹੁੰਦੇ ਨੇ, ਅਮਰਜੀਤ ਸਿੰਘ ਚਾਵਲਾ ਕਈ ਕਮੇਟੀਆਂ 'ਚ ਹੁੰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਕਦੀ ਕਮੇਟੀ ਦੀ ਰਿਪੋਰਟ ਜਨਤਕ ਨਹੀਂ ਹੋਈ। ਸਭ ਤੋਂ ਵੱਡੀ ਉਦਾਹਰਨ ਇਹ ਹੈ ਜਿਹੜੀ ਮੋਰਚੇ ਦੀ ਵੀ ਇੱਕ ਮੰਗ ਹੈ, ਜਿਹੜਾ ਮੋਹਾਲੀ ਚੰਡੀਗੜ੍ਹ ਬਾਰਡਰ ਤੇ ਲੱਗਿਆ 328 ਸਰੂਪਾਂ ਦਾ ਲਾਪਤਾ ਹੋਣਾ, ਉਸ ਬਾਬਤ ਵੀ ਬਣੀ ਸੀ, ਉਸ ਦੀ ਵੀ ਕੋਈ ਪਤਾ ਨਹੀਂ ਲੱਗਿਆ ਕਿ ਰਿਪੋਰਟ 'ਚ ਅਜੇ ਤੱਕ ਆਇਆ ਕੀ ਹੈ। ਤੁਸੀਂ ਜਿੰਨੇ ਕਮਿਸ਼ਨ ਹੋਣ, ਜਿੰਨੀਆਂ ਕਮੇਟੀਆਂ ਹੋਣ, ਇਹ ਸਾਰੀਆਂ ਮਿੱਟੀ ਪਾਉਣ ਵਾਲੀਆਂ ਗੱਲ ਕਰਦੀਆਂ ਕਿ ਆਪੇ ਵਾਵਰੋਲਾ ਜਿਹਾ ਆਇਆ ਖਤਮ ਹੋ ਜਾਊਗਾ, ਉਸ ਤੋਂ ਬਾਅਦ ਦੁਨੀਆ ਇੱਦਾਂ ਹੀ ਚੱਲੀ ਜਾਣੀ ਆ। ਜਦੋਂ ਤੁਸੀਂ ਕਮੇਟੀ ਬਣਾਉਂਦੇ ਜਾਂ ਕਮਿਸ਼ਨ ਬਣਾਉਂਦੇ, ਤੁਹਾਡਾ ਸੀਰੀਅਸਨੈਸ ਖਤਮ ਹੋ ਜਾਂਦੀ ਹੈਗੀ ਆ। 84 ਦੇ ਵਿੱਚ 12-13 ਕਮਿਸ਼ਨ ਤੇ ਕਮੇਟੀਆਂ ਬਣੇ ਸੀ, ਕੀ ਬਣਿਆ? ਸਿੱਖ ਕਤਲੇਆਮ ਨੂੰ ਇਨਸਾਫ ਮਿਲ ਗਿਆ।
ਬੇਅਦਬੀ ਕਾਂਡ ਦੇ ਵਿੱਚ ਦੋ ਜੱਜਾਂ ਦੇ ਜਸਟਿਸ ਜੋਰਾ ਸਿੰਘ, ਜਸਟਿਸ ਰਣਜੀਤ ਸਿੰਘ, ਕੁੰਵਰ ਵਿਜੇ ਪ੍ਰਤਾਪ ਵਾਲੀ, ਪ੍ਰਬੋਧ ਕੁਮਾਰ ਵਾਲੀ, ਰਣਬੀਰ ਸਿੰਘ ਖੱਟੜਾ ਵਾਲੀ, ਨੌ ਨਿਹਾਲ ਸਿੰਘ ਵਾਲੀ, ਜਿਹੜੇ ਸੁਰਿੰਦਰਪਾਲ ਸਿੰਘ ਪਰਮਾਰ ਵਾਲੀ, ਠੀਕ ਹੈ, LK ਯਾਦਵ ਵਾਲੀ, ਕੀ ਬਣਿਆ? ਮਤਲਬ ਲੋਕਾਂ ਦਾ ਇੱਕ ਆਈ ਵਾਸ਼ ਕਰਨ ਵਾਸਤੇ ਕਮੇਟੀਆਂ ਹੁੰਦੀਆਂ, ਕਮਿਸ਼ਨ ਹੁੰਦੇ, ਹੋਰ ਕੁਛ ਨਹੀਂ ਹੁੰਦਾ। ਤੇ ਇਹ ਵੀ ਜਿਹੜੀਆਂ 15 ਦਿਨ ਕਮੇਟੀਆਂ ਬਣੇ, ਕੀ ਲੋੜ ਕੀ ਹੈਗੀ ਆ? ਸਿੱਧਾ ਸਾਡੀ ਰਹਿਤ ਮਰਿਆਦਾ ਕੀ ਹੈ, ਸਾਡਾ ਸਿਧਾਂਤ ਕੀ, ਫਲਸਫਾ ਕੀ ਹੈ, ਉਹ ਸਾਰਾ ਕੁਝ ਪਹਿਲਾਂ ਹੀ ਪਿਆ। ਉਹਦੇ ਹਿਸਾਬ ਨਾਲ ਤੁਸੀਂ ਐਕਟ ਕਰਨਾ ਹੈਗਾ। ਤੇ ਜੇ ਤੁਸੀਂ ਕਿਸੇ ਹੋਰ ਵੱਲ ਮੂੰਹ ਵੱਲ ਵੇਖ ਕੇ ਜਾਂ ਅੰਮ੍ਰਿਤਪਾਲ ਸਿੰਘ ਵੱਲ ਮੂੰਹ ਵੱਲ ਵੇਖ ਕੇ ਫੈਸਲੇ ਲੈਣੇ, ਫਿਰ ਕੌਮ ਨਹੀਂ ਚੱਲਦੀ ਹੈਗੀ, ਫਿਰ ਪੰਥ ਨਹੀਂ ਚੱਲਦਾ ਹੈਗਾ। ਫਿਰ ਤੇ ਭਵਿੱਖ ਦੇ ਵਿੱਚ ਵੀ ਇਦਾਂ ਦੇ ਆਉਂਦੇ ਰਹਿਣਗੇ ਵਿਵਾਦ। ਤੇ ਸਹੀ ਇਹ ਹੁੰਦਾ ਕਿ ਵਿਵਾਦ ਤੋਂ ਪਹਿਲਾਂ ਜਿਹੜੇ ਫੈਸਲੇ ਲਏ ਹੁੰਦੇ ਨਾ, ਉਹ ਅਨੁਕੂਲ ਹੁੰਦੇ ਨੇ। ਜਿਹੜੇ ਸਮੇਂ ਦੇ ਹਿਸਾਬ ਦੇ ਨਾਲ ਫੈਸਲੇ ਅਨੁਕੂਲ ਹੈ, ਜੇ ਤੁਸੀਂ ਸਮਾਂ ਲੰਘ ਗਿਆ, ਵੇਲਾ ਲੰਘ ਗਿਆ, ਉਸ ਤੋਂ ਬਾਅਦ ਜੋ ਮਰਜ਼ੀ ਮਿੱਟੀ ਪਾਈ ਚਲੋ, ਫਿਰ ਤਾਂ ਹੁੰਦਾ ਕਿ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੋ ਜਾਂਦੀ ਹੈ। ਸੰਸਥਾਵਾਂ ਦੇ ਮੁਖੀ ਵੀ ਡਰ ਰਹੇ, ਉਹ ਵੀ ਖੌਫ ਦੇ ਵਿੱਚ ਹੈ ਕਿ ਜਿਸ ਤਰ੍ਹਾਂ ਦੀ ਹਵਾ ਚੱਲੀ ਹੈ ਜਾਂ ਬਣਾਈ ਜਾ ਰਹੀ ਹੈ ਜਾਣ-ਬੁੱਝ ਕੇ, ਉਸ ਦੇ ਵਿੱਚ ਅਸੀਂ ਨਾ ਕਿਤੇ ਝੁਲਸੇ ਜਾਈਏ। ਤੁਸੀਂ ਦੇਖੋ, ਜਿਹੜੇ 15 ਮੈਂਬਰੀ ਕਮੇਟੀ ਬਣਾਈਆਂ, ਜਿੰਨੀਆਂ ਵੀ ਮਾਣਮੱਤੀਆਂ ਸੰਪਰਦਾਇ ਨੇ, ਉਹਨਾਂ ਦੇ ਮੁਖੀਆਂ ਦੇ ਸਟੇਟਮੈਂਟ ਆਈ। ਹਰਨਾਮ ਸਿੰਘ ਬਾਬਾ ਧੁੰਮੇ ਦੀ ਕੋਈ ਸਟੇਟਮੈਂਟ ਆਈ, ਜਾਂ ਬਾਬਾ ਬਲਬੀਰ ਸਿੰਘ ਦੀ ਸਟੇਟਮੈਂਟ, ਜਾਂ ਹੋਰ ਜਿਹੜੇ ਸੰਪਰਦਾਇ ਦੇ ਮੁਖੀ ਉਹਨਾਂ ਦੀ ਸਟੇਟਮੈਂਟ ਆਈ ਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਸਟੇਟਮੈਂਟ ਆਈ ਆ। ਜਿਹੜੇ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਸਟੇਟਮੈਂਟ ਇਹ ਖੁੱਲ੍ਹ ਕੇ ਕਿ ਇਹ ਨਹੀਂ ਬਰਦਾਸ਼ਤ ਕੀਤਾ ਜਾ ਸਕਦਾ। ਜਦ ਇਹ ਪਹਿਲਾਂ ਨਹੀਂ ਇਹਨਾਂ ਸਾਰਿਆਂ ਲੋਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ, ਤੇ ਇਹਦੇ 'ਚ ਕੀ ਕਰੋਗੇ? ਇਹਦੇ 'ਚ ਕੀ ਕਰੋਗੇ ਜੇ ਤੁਸੀਂ ਪਹਿਲਾਂ ਹਿੰਮਤ ਨਹੀਂ ਰੱਖਦੇ ਹੈਗੇ? ਇਹਨਾਂ ਨਾਲੋਂ ਤੇ ਉਹ ਚੰਗੇ ਨੇ ਜਿਹੜੇ ਵੱਖ-ਵੱਖ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਨੇ, ਜਾਂ ਹੋਰ ਨੇ ਸਿੱਖ ਵਿਦਵਾਨ ਨੇ, ਜਾਂ ਸਿੱਖ ਚਿੰਤਕ ਨੇ, ਜਾਂ ਪੰਜਾਬ ਦੇ ਮਾਹੌਲ ਨੂੰ ਜਿਹੜੇ ਹਮੇਸ਼ਾ ਇਹ ਸੋਚ ਕੇ ਰੱਖਦੇ ਕਿ ਪ੍ਰਮਾਤਮਾ ਪੰਜਾਬ ਤੇ ਮਿਹਰ ਰੱਖੀ ਹੈਗੀ। ਇੱਥੇ ਪਹਿਲਾਂ ਹੀ ਬੜੀਆਂ ਕੌੜੀਆਂ ਨਜ਼ਰਾਂ ਲੱਗੀਆਂ ਰਹੀਆਂ ਪੰਜਾਬ ਨੂੰ, ਉਹਨਾਂ ਕੌੜੀਆਂ ਨਜ਼ਰਾਂ ਤੋਂ ਬਚਾਉਣ ਦੀ ਲੋੜ ਆ। ਉਹਨੇ ਖੁੱਲ੍ਹ ਕੇ ਬੋਲਿਆ ਕਿ ਕਾਲਾ ਇਤਿਹਾਸ ਆ। ਚਾਹੇ ਭੁਪਿੰਦਰ ਸਿੰਘ ਪਾਲੀ ਹੋਣਾ ਦੀ ਗੱਲ ਕੀਤੀ ਜਾਵੇ, ਚਾਹੇ ਮਾਲਵਿੰਦਰ ਸਿੰਘ ਮਾਲੀ ਹੋਣਾ ਦੀ ਗੱਲ ਕੀਤੀ, ਜਿਹੜੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਹੋਣਾ ਦੀ ਗੱਲ ਕੀਤੀ ਜਾਵੇ, ਬਹੁਤ ਸਾਰੇ ਇੱਦਾਂ ਦੇ ਲੋਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ, ਠੀਕ ਹੈ। ਪਰ ਨਹੀਂ, ਆਹ ਜਿਹੜੇ ਸੰਪਰਦਾਇ ਤੋਂ ਹੀ 15 ਪਾਏ ਹੈਗੇ ਨੇ। ਕਰਨੈਲ ਸਿੰਘ ਪੀਰ ਮੁਹੰਮਦ ਬੋਲੇ ਸਾਹਿਬ ਤੁਸੀਂ ਕੋਆਰਡੀਨੇਟ ਲਾਤਾ ਹੈਗਾ, ਠੀਕ ਹੈ। ਉਹ ਰਜਿੰਦਰ ਸਿੰਘ ਮਹਿਤਾ ਕਦੀ ਬੋਲੇ ਨੇ ਇਸ ਮਸਲੇ ਤੇ? ਪ੍ਰਧਾਨ ਬੋਲੇ ਨੇ। ਜਿਹੜੇ ਪਹਿਲਾਂ ਨਹੀਂ ਬੋਲੇ ਤੇ ਉਹ ਕੁੰਡਾ ਕੀ ਖੋਲਣਗੇ? ਸਿਆਣੇ ਕਹਿੰਦੇ ਨੇ ਜਿਹੜਾ ਪਹਿਲਾਂ ਬੋਲੂ ਕੁੰਡਾ ਖੋਲੂ। ਤੇ ਇਹਨਾਂ ਨੇ ਕੁੰਡਾ ਕੀ ਖੋਲਣਾ ਹੈਗਾ? ਜਿਹੜੀ ਸਿੱਖ ਕੌਮ ਦੇ ਵਿੱਚ ਦੁਬਦਾ ਪੈ ਗਈ ਹੈਗੀ ਕਿ ਕੀ ਜਦੋਂ ਮਹਾਰਾਜ ਦਾ ਸਰੂਪ ਲੈ ਕੇ ਚੱਲਦੇ, ਪਾਲਕੀ ਲੈ ਕੇ ਚੱਲਦੇ ਆ, ਕੱਲ੍ਹ ਨੂੰ ਹੋਰ ਆ ਉਹਨਾਂ ਦੇ ਲੋਕਾਂ ਨੇ ਉਹਨੂੰ ਦੇਖੋ, ਤੁਸੀਂ ਤੁਲਨਾ ਕਿੱਥੇ ਕਰ ਰਹੇ? ਦਸਮ ਗੁਰਾਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਭ ਤੋਂ ਵੱਡਾ ਆਦਰ ਆ, ਹੈ ਨਾ। ਤਾਂ ਹੁਣ ਲੋਕੀ ਕੀ ਕਹਿ ਰਹੇ ਨੇ, ਐਗਜ਼ਾਮਪਲਾਂ ਦੇਣੇ ਨਾ ਕਿ ਕੱਲ੍ਹ ਨੂੰ ਗੈਂਗਸਟਰ ਨੇ, ਗੈਂਗਸਟਰਾਂ ਦਾ ਪੁਲਿਸ ਦੇ ਮੁਕਾਬਲਾ ਹੋਊਗਾ, ਉਹ ਮਹਾਰਾਜ ਦੇ ਅੱਗੇ ਸਰੂਪ ਰੱਖ ਦੂਗਾ। ਇਹ ਇਹਨਾਂ ਲੋਕਾਂ ਕਰਕੇ ਜਿਹੜੇ ਸਿੱਖ ਸਾਡੇ ਸੰਸਥਾਵਾਂ ਦੇ ਮੁਖੀ ਨੇ ਜਾਂ ਸੰਪਰਦਾਵਾਂ ਦੇ ਮੁਖੀ ਨੇ, ਉਹਨਾਂ ਕਰਕੇ ਨੇ ਕਿ ਉਹ ਜਦ ਮੂੰਹ ਨਹੀਂ ਖੋਲ੍ਹਦੇ ਹੈਗੇ ਤੇ ਫਿਰ ਉਹਨਾਂ 'ਤੇ ਕੌਮ ਕੀ ਤਵੱਕੋ ਰੱਖੇ। ਤੇ ਮੈਨੂੰ ਲੱਗਦਾ ਇਹ ਬਹੁਤ ਸੀਰੀਅਸ ਮਸਲਾ ਅਕਾਲ ਤਖਤ ਸਾਹਿਬ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਲਕੇ 'ਚ ਲੈ ਰਹੀ ਆ। ਔਰ ਤੁਸੀਂ ਜਦੋਂ ਹਲਕੇ 'ਚ ਲੈਂਦੇ ਹੋਗੇ ਨਾ ਕਿ ਫਿਰ ਦੂਜੀ ਸ਼ਕਤੀ ਨੂੰ ਬਲ ਮਿਲਦਾ। ਜੋ ਦੂਜੀ ਸ਼ਕਤੀ ਨੂੰ ਬਲ ਮਿਲੂਗਾ ਤੇ ਕੌਮ ਦਾ ਨੁਕਸਾਨ ਹੋਊਗਾ। ਪਹਿਲੀ ਗੱਲ, ਸਭ ਤੋਂ ਵੱਡੀ ਗੱਲ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਐਕਟ ਜਿਹੜਾ ਤਰੀਕਾ ਨਾ, ਉਹ ਡਰ ਕੇ ਆ, ਉਹ ਹੋਣਾ ਨਹੀਂ ਚਾਹੀਦਾ। ਉਹਨਾਂ ਦੇ ਸਿੱਖ ਕੌਮ ਦੀ ਤੇ ਸਾਰੇ ਉਹੀ ਆ। ਤੇ ਜੇ ਉਹਨਾਂ ਨੇ ਆਪਣਾ ਰੁਤਬਾ ਇੱਥੇ ਲੈ ਕੇ ਕਿ ਮੈਂ ਹਰ ਗੱਲ ਪੁੱਛ ਕੇ ਕਰਨੀ ਹੈ ਤੇ ਮੈਂ ਬੜੇ ਗਿਣੇ ਮਿੱਥੇ ਸ਼ਬਦਾਂ 'ਚ ਬੋਲਣਾ ਹੈਗਾ, ਤੇ ਫਿਰ ਗੱਲ ਨਹੀਂ ਬਣੀ। ਕਿ ਤੁਹਾਨੂੰ ਕਈ ਜਿਹੜੇ ਡਿਸੀਜਨ ਆ ਬੋਲਡ ਲੈਣੇ ਪੈਣੇ। ਜਦੋਂ ਅਕਾਲੀ ਦਲ ਨੂੰ ਖਤਰਾ ਹੁੰਦਾ, ਫਿਰ ਤਾਂ ਤੁਸੀਂ ਕਹਿ ਦਿੰਦੇ ਹੈਗੇ ਕਿ ਜੇ ਦੇਸ਼ ਨੂੰ ਬਚਾਉਣਾ ਹੈਗਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿੰਦਾ ਕਰਨਾ ਪੈਣਾ। ਸ਼੍ਰੋਮਣੀ ਅਕਾਲੀ ਦਲ ਨੂੰ ਜਿੰਦਾ ਕਰਨ ਵਾਸਤੇ ਤੁਸੀਂ ਪੈਰਾਂ ਭਾਰ ਹੋ ਜਾਂਦੇ ਹੈਗੇ, ਇੰਨੇ ਤੱਤੇ ਹੁੰਦੇ, ਸਟੇਟਮੈਂਟਾਂ ਇੰਨੀਆਂ ਖਤਰਨਾਕ ਦੇ ਦਿੰਦੇ। ਹੁਣ ਤੇ ਗੁਰੂ ਸਾਹਿਬ ਦਾ ਸਵਾਲ ਆ, ਤੇ ਗੁਰੂ ਸਾਹਿਬ ਦੇ ਸਵਾਲ ਦਾ ਜਦੋਂ ਮਸਲਾ ਆਉਂਦਾ ਹੈਗਾ ਤੇ ਤੁਸੀਂ ਸਿਧਾਂਤਕ ਤੌਰ 'ਤੇ ਜਾਂ ਨੈਤਿਕਤਾ ਦੇ ਤੌਰ 'ਤੇ ਤੁਸੀਂ ਖੁੱਲ੍ਹ ਕੇ ਨਹੀਂ ਬੋਲਦੇ ਹੈਗੇ। ਇਹ ਆਉਣ ਵਾਲੇ ਸਮੇਂ 'ਚ ਜਦੋਂ ਇਤਿਹਾਸ ਲਿਖੇ ਜਾਣਗੇ, ਉਦੋਂ ਗਿਆਨੀ ਹਰਪ੍ਰੀਤ ਸਿੰਘ ਦਾ ਰੋਲ ਵੀ ਮਾਪਿਆ ਜਾਏਗਾ, ਲਿਖਿਆ ਜਾਏਗਾ, ਵਾਚਿਆ ਜਾਏਗਾ ਕਿ ਜਿਹੜਾ ਉਹਦੇ ਅਜਨਾਲੇ ਕਾਂਡ ਹੋਇਆ ਸੀ, ਉਦੋਂ ਇਹਨਾਂ ਦਾ ਕੀ ਭੂਮਿਕਾ ਰਹੀ ਆ। ਜੇ ਡੇਰਾ ਸੱਚਾ ਸੌਦਾ ਨੂੰ ਮਾਫ ਕਰਨ ਦੇ ਵਿੱਚ ਤੇ 98 ਲੱਖ ਜਿਹੜੀ ਐਡ ਦਿੱਤੀ ਗਈ ਆ ਮਾਫੀਨਾਮੇ ਨੂੰ ਲੈ ਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਹਿਣ 'ਤੇ ਪ੍ਰਚਾਰ ਕੀਤਾ ਹੈਗਾ, ਤੇ ਜੇ ਉਸ ਸਮੇਂ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਕੌਮ ਨੇ ਮਾਫ ਨਹੀਂ ਕੀਤਾ ਹੈਗਾ, ਤੇ ਫਿਰ ਗਿਆਨੀ ਹਰਪ੍ਰੀਤ ਸਿੰਘ ਹੋਣੀ ਵੀ ਭੁੱਲ ਜਾਣਗੇ, ਤੁਹਾਨੂੰ ਵੀ ਕੌਮ ਮਾਫ ਕਰੇਗੀ। ਤੇ ਇਸ ਕਰਕੇ ਮੈਨੂੰ ਲੱਗਦਾ ਕਿ 15 ਹੁਣ ਇੰਤਜ਼ਾਰ ਕਰਨਾ ਪਊਗਾ ਕਿ ਇਹ ਜਿਹੜੇ 15 ਮੈਂਬਰ ਬਣਾਏ ਗਏ ਨੇ ਇਹ ਕੀ ਫੈਸਲਾ ਲੈਂਦੇ। ਔਰ ਸਭ ਤੋਂ ਵੱਡੀ ਗੱਲ, ਜਦੋਂ ਕੌਮ 'ਤੇ ਦੁਬਦਾ ਪੈਂਦੀ ਜਾਂ ਕਿਸੇ ਨੂੰ ਤੁਸੀਂ ਪੰਥ 'ਚੋਂ ਛੇਕਣਾ,
ਉਦੋਂ ਤੇ ਪੰਜ ਤਖਤਾਂ ਦੇ ਜਥੇਦਾਰ ਮੀਟਿੰਗ ਕਰ ਲੈਂਦੇ ਨੇ, ਤੇ ਅੱਜ ਪੰਜ ਤਖਤਾਂ ਦੇ ਜਥੇਦਾਰ ਇਹ ਭਾਰ ਆਪਣੇ ਸਿਰ ਤੇ ਲੈਣ ਤੋਂ ਝਿਜਕ ਰਹੇ ਨੇ, ਡਰ ਰਹੇ ਨੇ ਕਿ ਪਤਾ ਨਹੀਂ ਕੀ ਅੰਮ੍ਰਿਤਪਾਲ ਸਿੰਘ ਸਾਡੇ ਦਿਵਾਲੇ ਨਾ ਹੋ ਜਾਏ। ਜਿਹੜਾ ਅੰਮ੍ਰਿਤਪਾਲ ਸਿੰਘ ਥਾਣਾ ਘੇਰ ਸਕਦਾ, ਕੱਲ੍ਹ ਨੂੰ 1000 ਮੁੰਡਾ ਜਿਨ੍ਹਾਂ ਦੇ ਹੱਥਾਂ 'ਚ ਹਥਿਆਰ ਤੇ ਕਿਰਪਾਨਾਂ ਤੇ ਗੰਡਾਸੇ ਹੋਣ, ਕਿਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਆ ਕੇ ਸਾਹਮਣੇ ਨਾ ਖਲੋ ਜਾਣ। ਜੇ ਪੰਜ ਤਖਤਾਂ ਦੇ ਜਥੇਦਾਰ ਇੰਨਾ ਫੈਸਲਾ ਜ਼ਰੂਰਤ ਨਹੀਂ ਰੱਖਦੇ ਹੈਗੇ, ਤੇ ਮੈਨੂੰ ਲੱਗਦਾ ਕਿ ਬੜੀ ਮਾੜੀ ਨਿੰਦਣਯੋਗ ਹੈ। ਇਸ ਕਰਕੇ ਉਹ ਫੈਸਲਾ ਲੈਣਾ ਚਾਹੀਦਾ। ਤੁਸੀਂ ਕਿਸੇ ਨੂੰ ਪੰਥ 'ਚੋਂ ਛੇਕਣਾ ਹੋਵੇ ਉਦੋਂ ਕੋਈ ਕਮੇਟੀਆਂ ਬਣਾਉਂਦੇ ਜੇ, ਤੁਸੀਂ ਜਦੋਂ ਮਹਾਰਾਜ ਦੇ ਸਰੂਪ ਜਾਂ ਚੋਰੀ ਹੁੰਦੇ ਜਾਂ ਉਦੋਂ ਤੁਸੀਂ ਕਿਸੇ ਨੂੰ ਪੁੱਛਦੇ ਆ, ਜਾਂ ਕਿਸੇ ਨੇ ਗੁਰਬਾਣੀ ਬਾਰੇ ਗਲਤ ਬੋਲਤਾ ਜਾਂ ਲਿਖਤਾ, ਪਿੱਛੇ ਜਿਹੜੇ ਹੋਏ ਨੇ ਵਿਵਾਦ, ਉਦੋਂ ਤੁਸੀਂ ਜਿਹੜੇ ਹੁਕਮਨਾਮੇ ਜਾਰੀ ਕਰਦੇ ਪੁੱਛ ਕੇ ਕਰਦੇ, ਉਦੋਂ ਵੀ ਤਾਂ ਪੰਜ ਤਖਤਾਂ ਦੇ ਜਥੇਦਾਰ ਇਕੱਠੇ ਬੈਠਦੇ ਨੇ, ਤੇ ਉਦੋਂ ਜਿਹੜਾ ਫੈਸਲਾ ਹੁੰਦਾ ਕੌਮ ਨੂੰ ਪ੍ਰਵਾਨਿਤ ਹੁੰਦਾ। ਤੇ ਅੱਜ ਜਿਹੜੇ ਤੁਹਾਨੂੰ ਲੋੜ ਸੀ, ਜਿਹੜਾ ਫੈਸਲਾ ਲੈਣ ਦੀ ਤੁਹਾਨੂੰ ਲੋੜ ਸੀ, ਉਹ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਵੱਖ-ਵੱਖ ਸੰਪਰਦਾਵਾਂ ਦੇ ਜਿਹੜੇ ਮੁਖੀ ਨੇ ਉਹਨਾਂ ਦੇ ਸਿਰ ਤੇ ਭਾਰ ਪਾਉਣਾ ਚਾਹੁੰਦੇ। ਆਪਣਾ ਤੁਸੀਂ ਕੌਮ ਦਾ ਕਿਉਂ ਭਾਰ ਆਪ ਚੱਕੋ ਨਾ। ਇਹਨਾਂ 'ਚੋਂ ਕੀ ਕਰਨਗੇ? 15 ਜਾਣੇ ਕਮੇਟੀ ਬਣਾਤੀ, ਮੈਨੂੰ ਲੱਗਦਾ ਕਿ ਇਹਨਾਂ 'ਚੋਂ ਇੱਕ ਹੋਰ ਸਬ ਕਮੇਟੀ ਬਣ ਜੂਗੀ, ਤੇ ਫਿਰ ਇਹ ਹੈ ਕਿ ਹੌਲੀ ਹੌਲੀ ਹੋਊਗਾ ਕਿ ਕੋਈ ਗੱਲ ਨਹੀਂ, ਅੱਗੇ ਤੋਂ ਕੋਈ ਨਾ ਹੋਊਗਾ, ਇੰਨੀਆਂ ਲਾਈਨਾਂ ਲਿਖਣੀਆਂ ਹੋਣਗੀਆਂ। ਤੇ ਜੇ ਤੁਸੀਂ ਉਹ ਪਹਿਲਾਂ ਹੀ ਬੋਲ ਦਿਓ, ਇਸ ਕਮੇਟੀ ਦਾ ਨਿਕਲਣਾ ਕੁਛ ਨਹੀਂ ਹੈਗਾ, ਇਸ ਕਮੇਟੀ ਦਾ ਜ਼ੀਰੋ ਰਿਜ਼ਲਟ ਆਊਗਾ। ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਉਂਕਿ ਸਿੱਖਾਂ ਦੀਆਂ ਇਹ ਪ੍ਰਵਾਨਿਤ ਦੋਸਤ ਮਾਣਮੱਤੀਆਂ ਸੰਸਥਾਵਾਂ ਨੇ ਜਿਨ੍ਹਾਂ ਦੇ ਪਿੱਛੇ ਬਹੁਤ ਵੱਡੀ ਇੱਕ ਭੂਮਿਕਾ ਤੇ ਪਿਛੋਕੜ ਆ। ਤੇ ਜੇ ਆਪਣਾ ਇਹਨਾਂ ਦੋਨਾਂ ਸੰਸਥਾਵਾਂ ਨੇ ਆਪਣੀ ਭੂਮਿਕਾ ਤੇ ਪਿਛੋਕੜ ਭੁੱਲ ਗਏ, ਤੇ ਫਿਰ ਜਿੰਨੀਆਂ ਮਰਜ਼ੀ ਕਮੇਟੀਆਂ ਬਣਾ ਲਓ, ਫਿਰ ਕੌਮ ਦਾ ਭਲਾ ਨਹੀਂ ਹੋਣਾ। ਜੀ ਬਹੁਤ ਸ਼ੁਕਰੀਆ। ਧੰਨਵਾਦ। ਪ੍ਰੋਗਰਾਮ 16 ਨੇ ਸੱਚ ਵਿੱਚ ਅਸੀਂ ਚਰਚਾ ਕੀਤੀ ਹੈ ਕਿ ਜੋ ਪਿੱਛੇ ਕੁਝ ਵਾਪਰਿਆ ਉਸ ਦੀ ਸਮੀਖਿਆ ਕਰਨ ਲਈ ਜਿਹੜੀ ਕਮੇਟੀ ਬਣਾਈ ਗਈ ਹੈ ਉਸ ਦਾ ਮਕਸਦ ਕੀ ਹੈ ਤੇ ਨਤੀਜੇ ਕੀ ਕੱਢੇਗੀ, ਇਹ ਸਭ ਤੋਂ ਵੱਡਾ ਸਵਾਲ ਹੈ। ਔਰ ਜਿਹੜੇ ਸੰਸਥਾਵਾਂ ਦੇ ਮੁਖੀ ਨੇ ਉਹਨਾਂ ਨੂੰ ਕੀ ਆਪਣੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ। ਇਸ ਤੇ ਤੁਸੀਂ ਕੀ ਸਮਝਦੇ ਹੋ? ਆਪਣੀ ਰਾਏ ਸਾਂਝੀ ਕਰ ਸਕਦੇ ਹੋ। ਫਿਲਹਾਲ ਅੱਜ ਦੀ ਇਸ ਚਰਚਾ ਵਿੱਚ ਇੰਨਾ ਹੀ। ਸਾਨੂੰ ਦਿਓ ਆਗਿਆ। ਧੰਨਵਾਦ।